ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਸੁਮੇਧ ਸੈਣੀ ਜਿਹੜੇ ਸਾਬਕਾ ਡੀਜੀਪੀ ਨੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ। ਮੋਹਾਲੀ ਦੇ ਅਸੀਂ ਇਹ ਖੜੇ ਹਾਂ ਵਿਜੀਲੈਂਸ ਦਫ਼ਤਰ ਦੇ ਸਾਹਮਣੇ। ਵਿਜੀਲੈਂਸ ਦਾ ਆਫਿਸ ਹੈਗਾ, ਇੱਥੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆਏ ਸੀ ਆਪਣੇ ਵਕੀਲ ਦੇ ਨਾਲ, ਤੇ ਉੱਥੇ ਉਹਨਾਂ ਨੂੰ ਨਾਲ ਦੀ ਨਾਲ ਜੋ ਦੱਸਿਆ ਜਾ ਰਿਹਾ 8:10 ਦੇ ਕਰੀਬ ਉਹ ਇੱਥੇ ਪਹੁੰਚੇ ਸੀ, ਤੇ ਉਹਦੇ ਬਾਅਦ ਉਹਨਾਂ ਨੂੰ ਇੱਥੇ ਹੀ ਕਮਰੇ ਵਿੱਚ ਜਿਹੜਾ ਉਹ ਉੱਥੇ ਅਰੈਸਟ ਕਰ ਲਿਆ ਗਿਆ। ਉਹਨਾਂ ਦੇ ਵਕੀਲ ਜਿਹੜੇ ਨੇ ਜ਼ਰੂਰ ਬਾਹਰ ਆਏ ਨੇ। ਰਮਨ ਸੰਧੂ ਉਹਨਾਂ ਦੇ ਵਕੀਲ ਨੇ ਸਾਡੇ ਨਾਲ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ, ਤੁਸੀਂ ਕਿੰਨੇ ਕੁ ਵਜੇ ਆਏ ਸੀ ਇੱਥੇ? ਅਰਾਊਂਡ 7 o'clock ਆ ਗਏ, 7:15 7:30 ਦੇ ਆਸ-ਪਾਸ ਜੀ। ਜੀ ਤੇ ਕਿਸ ਕਰਕੇ ਆਏ ਸੀਗੇ, ਥੋੜਾ ਦੱਸੋਗੇ? ਹਾਈ ਕੋਰਟ ਦੇ ਆਰਡਰ ਸੀ ਜੀ, ਕੰਪਲਾਈਂਸ ਕਰਾਉਣ ਆਏ ਸੀ। ਵਿਦਨ 7 days ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਇਨਵੈਸਟੀਗੇਸ਼ਨ ਜੁਆਇਨ ਕਰਨ ਆਏ ਸੀ ਜੀ। ਤੇ ਫਿਰ ਇੱਕਦਮ ਕਿਸ ਤਰ੍ਹਾਂ ਮਤਲਬ ਸੀਨ ਹੋਇਆ, ਕਿਉਂਕਿ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਆਏ ਸੀ, ਜਿਹੜਾ ਹਾਈ ਕੋਰਟ ਦਾ ਆਦੇਸ਼ ਆਇਆ ਸੀ, ਡਾਇਰੈਕਸ਼ਨ ਆਈ ਸੀਗੀ ਕਿ 7 ਦਿਨ ਦੇ ਅੰਦਰ ਅੰਦਰ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ। 7 o'clock ਤੁਸੀਂ ਇੱਥੇ ਪਹੁੰਚਦੇ ਹੋ, 7 ਵਜੇ ਦਾ ਤੁਹਾਨੂੰ ਟਾਈਮ ਦਿੱਤਾ ਗਿਆ ਸੀਗਾ? ਨਹੀਂ, 7:15 ਦੇ ਆਸ-ਪਾਸ ਅਸੀਂ ਆਏ ਸੀ ਜੀ। ਨਹੀਂ, ਟਾਈਮ ਨਹੀਂ ਦਿੱਤਾ ਸੀ ਜੀ, ਤੇ ਅਸੀਂ ਆ ਕੇ ਇਨਫੋਰਮ ਕੀਤਾ, ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਅਸੀਂ ਚੱਲੇ। ਜਦੋਂ ਜਾ ਰਹੇ ਸੀ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਵੀ ਇੱਕ ਦੇ ਸਿਗਨੇਚਰਸ ਕਰਾਉਣੇ ਆ। ਅਸੀਂ ਵਾਪਸ ਆਏ, ਸਾਡੀ ਅਰੈਸਟ ਪਾ ਲਈ। ਵਾਪਸ ਆਏ ਅਸੀਂ, ਸਾਡੀ ਅਰੈਸਟ ਪਾ ਲਈ। ਤੇ ਫਿਰ ਤੁਸੀਂ ਉੱਥੇ ਪ੍ਰੋਟੈਸਟ ਕੀਤਾ? ਤੁਸੀਂ ਇਕੱਲੇ ਵਕੀਲ ਗਏ ਸੀ ਕਿ ਹੋਰ ਵੀ ਲੋਕ ਉੱਥੇ ਜਿਹੜੇ ਸੀਗੇ ਉਹ ਨਾਲ ਸੀਗੇ ਤੁਹਾਡੇ? ਅੱਗੇ ਆ ਜਾਓ ਥੋੜ੍ਹਾ। ਨਹੀਂ, ਇੱਕ ਮਿਸਟਰ HS ਧਨੋਆ ਨੇ ਜੀ, ਮੋਹਾਲੀ ਤੋਂ ਲੋਕਲ, ਹੀ ਵਾਜ਼ ਆਲਸੋ ਅਲੋਂਗ ਵਿਦ ਅਸ। ਪ੍ਰੋਟੈਸਟ ਤਾਂ ਮਤਲਬ ਅਸੀਂ ਕਿਹਾ ਉਹਨਾਂ ਨੂੰ ਵੀ ਦੱਸੋ ਤੁਸੀਂ ਸਾਨੂੰ ਕਿਸ ਮਾਮਲੇ 'ਚ ਆ, ਵੀ ਕੋਈ ਸਾਨੂੰ ਗੱਲ ਤਾਂ ਦੱਸੋ ਵੀ ਕੀ ਮਾਮਲਾ ਆ, ਕਾਹਦੇ 'ਚ ਤੁਸੀਂ ਅਰੈਸਟ ਕਰ ਰਹੇ ਹੋ, ਜੋ ਤੁਸੀਂ ਰੂਲ ਬੁੱਕ ਆ ਤੁਹਾਡੀ ਉਹ ਸਾਨੂੰ ਸਮਝਾਓ ਤੁਸੀਂ। ਬਟ ਉਹ ਖਿੱਚ ਕੇ ਅੰਦਰ ਲੈ ਕੇ ਚੈੱਕ ਕਰੀ, ਉਸ ਤੋਂ ਬਾਅਦ ਗੇਟ ਬੰਦ ਕਰਤੇ। ਹੁਣ ਤੱਕ ਕੁਛ ਨਹੀਂ ਦੱਸਿਆ ਜੀ। ਨਹੀਂ, ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਸਾਰੀ ਰਾਤ ਵਿਜੀਲੈਂਸ ਨੇ ਇਹਨਾਂ ਦੀ ਕੋਠੀ ਨੰਬਰ ਜਿਹੜਾ ਹੈਗੀ ਹੈ ਉੱਥੇ 20 ਸੈਕਟਰ ਦੀ, ਉੱਥੇ ਇਹਨਾਂ ਨੇ ਰੇਡ ਕੀਤੀ ਸੀਗੀ। ਤੁਸੀਂ ਉਦੋਂ ਵੀ ਉੱਥੇ ਸੀਗੇ ਆਲਰੇਡੀ, ਤਾਂ ਤੁਹਾਨੂੰ ਪਤਾ ਕਿ ਉਸ ਟਾਈਮ ਉਹਨਾਂ ਨੇ ਇੱਕ ਨਵਾਂ ਜਿਹੜਾ ਸੀਗਾ ਐਸੈਟਸ ਨੂੰ ਲੈ ਕੇ ਜਿਹੜਾ ਮਾਮਲਾ ਦਰਜ ਹੋਇਆ ਸੀ, FIR ਨੰਬਰ 13 ਸੀਗੀ ਉਹ। ਤੇ ਉਹ ਵਾਲੇ ਮਾਮਲੇ ਵਿੱਚ ਹੈ ਜਾਂ ਇੱਕ ਹੋਰ ਨਵਾਂ ਮਾਮਲਾ ਸੁਣਾਈ ਦੇ ਰਿਹਾ ਹੈ ਕਿ ਕੋਈ ਭਰਤੀ ਘੁਟਾਲੇ ਦਾ ਮਾਮਲਾ ਵੀ ਸ਼ਾਇਦ ਕਾਂਸਟੇਬਲਸ ਦੀ ਭਰਤੀ ਵਾਲੀ ਗੱਲ ਵੀ ਸਾਹਮਣੇ ਆ ਰਹੀ ਹੈ? ਤੁਹਾਨੂੰ ਕੁਝ ਮਾੜਾ ਮੋਟਾ ਅੰਦਾਜ਼ਾ ਲੱਗਿਆ ਵੀ ਵਜ੍ਹਾ ਕਾਰਨ ਕੀ ਹੈ? ਮੈਮ, ਜਿਹੜਾ ਰੇਡ ਵਾਲਾ ਮਾਮਲਾ ਸੀ ਉਹ 13 ਨੰਬਰ ਸੀ FIR ਸੀ, ਉਹਦੀ ਸਾਡੀ ਬੇਲ ਹੋ ਗਈ ਸੀ। ਭਰਤੀ ਘੁਟਾਲਾ ਹੋ ਨਹੀਂ ਸਕਦਾ, ਆਈ ਐਮ ਸ਼ੋਰ ਅਬਾਊਟ ਇਟ। ਇਹ ਕੋਈ ਹੋਰ ਚੀਜ਼ ਹੋਊਗੀ ਜੀ, ਇਟ ਵਿਲ ਬੀ ਸਮਥਿੰਗ ਐਲਸ। ਕਿਉਂਕਿ ਇੱਕ ਜੇ ਕੋਈ ਇੱਦਾਂ ਦੀ ਚੀਜ਼ ਹੁੰਦੀ ਨਾ ਭਰਤੀ ਘੁਟਾਲੇ ਵਾਲੀ, ਦੇ ਵੁੱਡ ਹੈਵ ਨਾਟ ਵੇਟਡ ਫॉर 2 years, ਹੀ ਵੁੱਡ ਹੈਵ ਬੀਨ ਥਰੋਨ ਬਿਹਾਈਂਡ ਦ ਬਾਰਸ। ਪਰ ਉੱਦਾਂ ਦਾ ਹੈ ਕੁਛ ਨਹੀਂ ਸੀ। ਡਿਟੇਲਸ ਚੈੱਕ ਕੀਤੇ ਗਏ ਸੀ ਚੰਗੀ ਤਰ੍ਹਾਂ। ਓਨੈਸਟੀ ਹੀ ਇਹਨਾਂ ਦਾ ਵੈਪਨ ਸੀ, ਤੇ ਉੱਥੇ ਕੁਛ ਨਹੀਂ ਲੱਭਾ। ਫਿਰ ਆਫਟਰ ਸਰਕਮਵੈਂਟ ਕੀਤਾ ਹਾਈ ਕੋਰਟ ਦੇ ਆਰਡਰਸ ਨੂੰ, ਤੇ ਅੱਜ ਕਿਸੇ ਨਵੇਂ ਫਾਲਸ ਤੇ ਫ੍ਰਿਵਲੀਅਸ FIR 'ਚ ਇਹਨਾਂ ਦੀ ਅਰੈਸਟ ਪਾਤੀ ਹੋਣੀ। ਮੀਨਸ ਕਿ ਅੱਜ ਕੋਈ ਨਵੀਂ ਹੋਈ ਹੈ FIR? ਤੁਹਾਡਾ ਕਹਿਣਾ ਇਹ ਹੈਗਾ? ਮਾਈਟ ਬੀ, ਆਈ ਐਮ ਨਾਟ ਸ਼ੋਰ ਅਬਾਊਟ ਇਟ, ਬਟ ਆਈ ਥਿੰਕ ਸੋ। 13 ਨੰਬਰ ਵਾਲਾ ਸੀ, ਉਹਦੇ ਬਾਅਦ ਵੀ ਅਗਲੇ ਦਿਨ ਵੀ ਉਹਨਾਂ ਤੋਂ ਅਗਲੇ ਦਿਨ ਵੀ ਕਾਫੀ ਜਿਹੜੇ ਜਗ੍ਹਾ ਤੇ ਵੀ ਹੁੰਦੀਆਂ ਰਹੀਆਂ ਨੇ, ਰੇਡਸ ਹੁੰਦੀਆਂ ਰਹੀਆਂ ਨੇ, ਕੋਸ਼ਿਸ਼ ਕੀਤੀ ਜਾ ਰਹੀ ਸੀ, ਔਰ ਖਬਰਾਂ ਵੀ ਆਉਂਦੀਆਂ ਤੇ ਲੱਗਦੀਆਂ ਰਹੀਆਂ ਨੇ ਕਿ ਜਿਹੜਾ ਅਰੈਸਟ ਕਰਨ ਲਈ ਜਿਹੜਾ ਵਿਜੀਲੈਂਸ ਹੈ ਉਹ ਉਹਨਾਂ ਦਿਨਾਂ 'ਚ ਵੀ ਕੋਸ਼ਿਸ਼ ਕਰ ਰਹੀ ਸੀ। ਉਹਦੇ ਬਾਅਦ ਫਿਰ ਡਾਇਰੈਕਸ਼ਨ ਇੱਕ ਆ ਜਾਂਦੀ ਹੈ ਜਿਹਦੇ ਵਿੱਚ ਤੁਹਾਨੂੰ ਇੰਟਰਿਮ ਬੇਲ ਮਿਲ ਗਈ ਸੀਗੀ। ਤੇ ਕੀ ਮਤਲਬ ਕਿ ਤੁਹਾਨੂੰ ਕਿਵੇਂ ਦੇ ਸਰਕਮਸਟੈਂਸਿਸ ਸਾਰੇ ਵਕੀਲ ਹੋਣ ਦੇ ਨਾਤੇ ਹਜੇ ਤੱਕ ਸਮਝ ਆਉਂਦੇ ਆ? ਮੈਮ, ਸਰਕਮਸਟੈਂਸਿਸ ਜਿੰਨੇ ਚਿਰ ਤੱਕ ਡਿਟੇਲਸ ਨਹੀਂ ਆਉਂਦੀ ਸਾਡੇ ਕੋਲ, ਉਨੇ ਚਿਰ ਮੈਂ ਤੇ ਕਮੈਂਟ ਨਹੀਂ ਕਰ ਸਕਦਾ। ਬਟ ਥੋੜ੍ਹੀ ਦੇਰ ਰੁਕੋ, ਸ਼ਾਇਦ ਕੁਛ ਦੇ ਦੇਣ, ਦੈਨ ਆਈ ਕਮੈਂਟ ਅਪੋਨ ਦਿਸ। ਤੁਸੀਂ ਅੰਦਰ ਸੀਗੇ ਤੇ ਸੈਣੀ ਸਾਹਿਬ ਸੀਗੇ, ਜਿੱਦਾਂ ਉਹ ਬੈਠੇ ਸੀਗੇ, ਤਾਂ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੇ ਇੱਕਦਮ ਜਦੋਂ ਕੀਤਾ, ਡਿਟੇਨ ਕੀਤਾ, ਬਿਠਾ ਲਿਆ, ਕਿਸ ਤਰ੍ਹਾਂ ਦਾ ਮਾਹੌਲ ਸੀ ਉਹ? ਮਾਹੌਲ ਹੁਣ ਮੈਮ ਵਰਡਸ ਤੱਕ ਹੀ ਐਕਸਪ੍ਰੈਸ। ਤੁਹਾਨੂੰ ਕਿਹਾ ਬਾਹਰ ਜਾਓ, ਉਹਨਾਂ ਨੂੰ ਬਿਠਾ ਲਿਆ ਕਿ ਹਾਂਜੀ, ਇਸੇ ਤਰ੍ਹਾਂ ਹੋਇਆ ਜੀ। ਉਹਨਾਂ ਨੇ ਧੱਕੇ ਨਾਲ ਕਹਿੰਦੇ ਵੀ 2 ਮਿੰਟ ਰੁਕੋ, ਗੱਲ ਕਰਨੀ ਹੈ। ਬਾਅਦ 'ਚ ਅਸੀਂ ਸਾਈਡ 'ਤੇ ਕਰਤੀ, ਕਿਉਂਕਿ ਇਨਵੈਸਟੀਗੇਸ਼ਨ 'ਚ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਸੀ। ਬਾਅਦ 'ਚ ਸਾਨੂੰ ਪਤਾ ਲੱਗਾ ਵੀ ਅਰੈਸਟ ਪਾਤੀ। ਕਿੰਨੇ ਕੁ ਪੁਲਿਸ ਆਫਿਸਰ ਜਾਂ ਆਫੀਸ਼ੀਅਲ ਸੀਗੇ, ਔਰ ਕਿਹਨਾਂ ਨੇ ਮਤਲਬ ਲੀਡ ਕੌਣ ਕਰ ਰਹੇ ਸੀ? ਹੂ ਵਾਜ਼ ਦ ਪਰਸਨ ਹੂ ਜਸਟ ਆਸਕਡ ਹਿਮ ਟੂ ਸਿਟ ਡਾਊਨ ਐਂਡ ਕਾਈਂਡ ਆਫ ਡਿਟੇਨਡ? ਮੈਮ, ਨਾਮ ਤਾਂ ਨਹੀਂ ਪਤਾ, ਬਟ ਆਈ ਥਿੰਕ ਸੋ ਇੱਕ IO HP ਸਿੰਘ ਸਨ, ਤੇ ਥੋੜ੍ਹੇ ਜਿਹੇ ਬੰਦੇ ਹੋਰ ਨਾਲ ਸੀ। ਨਾਮ ਮੈਨੂੰ ਆਈ ਡੋਂਟ ਨੋ ਦੇਅਰ ਐਗਜ਼ੈਕਟ ਨੇਮਸ, ਨਾਮ ਨਹੀਂ ਪਤਾ ਜੀ। ਥੈਂਕ ਯੂ।
ਇਹ ਸਾਡੇ ਨਾਲ ਸੀਗੇ ਰਮਨ ਸੰਧੂ ਜਿਹੜੇ ਕਿ ਵਕੀਲ ਨੇ, ਰਮਨ ਸੰਧੂ ਜਿਹੜੇ ਕਿ ਵਕੀਲ ਨੇ ਸੈਣੀ ਦੇ, ਉਹ ਨਾਲ ਆਏ ਸੀਗੇ। ਉਹ ਕਹਿ ਰਹੇ ਕਿ ਇੱਥੇ ਅਸੀਂ ਜਿਹੜਾ ਹਾਈ ਕੋਰਟ ਦੇ ਆਦੇਸ਼ ਹੋਏ ਸੀਗੇ ਕਿ ਇਨਵੈਸਟੀਗੇਸ਼ਨ ਜੁਆਇਨ ਕਰੋ, ਉਸ ਹਿਸਾਬ ਦੇ ਨਾਲ 7 ਵਜੇ ਦੇ ਕਰੀਬ ਇੱਥੇ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਆਏ ਸੀ ਵਿਜੀਲੈਂਸ ਦੇ ਆਫਿਸ ਮੋਹਾਲੀ ਵਿੱਚ। ਤੇ ਉਹਦੇ ਬਾਅਦ ਇੱਕਦਮ ਜਿਹੜਾ ਹੈ ਉਹਨਾਂ ਦੀ ਇੱਥੇ ਸਾਰੀ ਥੋੜੀ ਬਹੁਤ ਪੁੱਛ ਪੜਤਾਲ ਜਿਹੜੀ ਹੁੰਦੀ ਹੈ। ਉਸ ਦੇ ਬਾਅਦ ਉਹਨਾਂ ਨੂੰ ਉਹ ਬਾਹਰ ਆ ਜਾਂਦੇ। ਉਹਨਾਂ ਨੇ ਦੱਸਿਆ ਕਿ ਉਹ ਬਾਹਰ ਆ ਗਏ ਸੀ, ਪਰ ਉਸ ਦੇ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਤੋਂ ਫੋਨ ਕਰਕੇ ਦੁਬਾਰਾ ਬੁਲਾਇਆ ਜਾਂਦਾ ਔਰ ਉਹਦੇ ਬਾਅਦ ਕਿਹਾ ਜਾਂਦਾ ਕਿ ਕੁਝ ਸਾਈਨ ਜਿਹੜੇ ਨੇ ਉਹ ਸਿਗਨੇਚਰਸ ਕਰਨੇ ਰਹਿ ਗਏ ਨੇ, ਇਸ ਕਰਕੇ ਤੁਸੀਂ ਵਾਪਸ ਆ ਜਾਓ। ਤੇ ਜਦੋਂ ਵਾਪਸ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੇ ਦੱਸਿਆ, ਉਹਨਾਂ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਆਫਿਸਰ ਨੇ ਦੱਸਿਆ ਵੀ ਤੁਹਾਨੂੰ ਅਸੀਂ ਅਰੈਸਟ ਕਰ ਲਿਆ। ਜਦੋਂ ਉਹਨਾਂ ਦੇ ਵਕੀਲ ਨੂੰ ਇਹ ਪੁੱਛਿਆ ਗਿਆ ਕਿ ਕਿਸ ਮਾਮਲੇ 'ਚ ਅਰੈਸਟ ਕੀਤਾ, ਕਿਉਂਕਿ 13 ਨੰਬਰ FIR ਜਿਹੜੀ ਸੀ ਪਿੱਛੇ ਜਿਹੜੀ ਹੋਈ ਸੀ, ਖਾਸ ਕਰਕੇ ਐਸੈਟ ਮਾਮਲੇ ਦੇ ਵਿੱਚ ਜਦੋਂ ਵਿਜੀਲੈਂਸ ਦੀ ਰੇਡ ਹੋਈ ਸੀਗੀ ਸੈਕਟਰ 20 ਉਹਨਾਂ ਦੀ ਕੋਠੀ ਤੇ, ਉਸ ਟਾਈਮ ਤੇ ਉਹਦੇ ਬਾਅਦ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੀ ਵਿਜੀਲੈਂਸ ਦੀ ਇਸ ਪਾਰਟਿਕੂਲਰ ਰੇਡ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਨਵਾਂ ਉਹਨਾਂ ਨੇ ਉਹ ਸਿਨ ਮਾਮਲਾ ਪਾਇਆ ਸੀ ਐਸੈਟਸ ਵਾਲਾ, ਆਮਦਨ ਤੋਂ ਵੱਧ ਜਾਇਦਾਦ ਪ੍ਰਪੋਰਸ਼ਨੇਟ ਐਸੈਟਸ ਵਾਲਾ, ਉਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਉਹਨਾਂ ਨੇ ਇੰਟਰਿਮ ਬੇਲ ਜਿਹੜੀ ਉਹ ਲੈ ਲਈ ਸੀਗੀ। ਉਹਨਾਂ ਨੇ ਅੰਤਰਿਮ ਜ਼ਮਾਨਤ ਜਿਹੜੀ ਉਹਨਾਂ ਨੂੰ ਮਿਲ ਗਈ ਸੀਗੀ। ਤੇ ਉਸ ਦੇ ਨਾਲ ਇੱਕ ਇਹਨਾਂ ਨੇ ਹੁਣ ਪਿੱਛੇ ਜੇ ਹੋਰ ਇੱਕ ਦੂਸਰੇ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਕੱਲ ਜਿਹੜੀ ਹੈਗੀ ਅਰਜ਼ੀ ਵਾਪਸ ਲਈ ਹੈ। ਬਟ ਹਜੇ ਤੱਕ ਦੀ ਖਬਰ ਹੈ ਕਿ ਮਾਮਲਾ ਬਿਲਕੁਲ ਕਲੀਅਰ ਨਹੀਂ ਹੋ ਰਿਹਾ। 2-3 ਗੱਲਾਂ ਸਾਹਮਣੇ ਆ ਰਹੀਆਂ, ਖਾਸ ਕਰਕੇ 13 ਨੰਬਰ ਜਿਹੜੀ ਸੀਗਾ ਮਾਮਲਾ ਕੋਠੀ 'ਚ ਜਿਸ ਦਿਨ ਵਿਜੀਲੈਂਸ ਵਾਲਿਆਂ ਨੇ ਰੇਡ ਕੀਤੀ ਉਹ ਵਾਲਾ, ਤੇ ਇੱਕ ਕਹਿ ਰਹੇ ਕਿ ਕਾਂਸਟੇਬਲ ਭਰਤੀ ਮਾਮਲਾ ਵੀ ਸੀਗਾ ਜਿਹਦੇ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਉਹ, ਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਡਿਨਾਈ ਕਰ ਰਹੇ ਨੇ। ਉਹਨਾਂ ਦਾ ਸਾਫ਼-ਸਾਫ਼ ਕਹਿਣਾ, ਰਮਨ ਸੰਧੂ ਜਿਹੜੇ DGP ਦੇ ਵਕੀਲ ਨੇ, ਸਾਬਕਾ DGP ਸੁਮੇਧ ਸੈਣੀ ਦੇ ਵਕੀਲ ਨੇ, ਸੈਣੀ ਦੇ ਵਕੀਲ ਪੂਰਾ ਡਿਨਾਈ ਹੀ ਕਰ ਰਹੇ ਨੇ। ਕਹਿੰਦੇ ਕਿ 13 ਨੰਬਰ ਦੇ ਵਿੱਚ ਸਾਨੂੰ ਇੰਟਰਿਮ ਬੇਲ ਜਿਹੜੀ ਹੈ ਮਿਲ ਚੁੱਕੀ ਹੈਗੀ ਹੈ, ਤੇ ਜਿੱਥੋਂ ਤੱਕ ਕੋਈ ਨਵੇਂ DSP ਦੀ ਆਪਣੇ ਭਰਤੀਆਂ ਘੁਟਾਲੇ ਦੀ ਗੱਲ ਹੈ, ਕਾਂਸਟੇਬਲਸ ਦੇ ਜਾਂ ਐਵੇਂ ਦਾ ਕੋਈ ਮਾਮਲਾ ਹੈਗਾ, ਐਸਾ ਕੋਈ ਮਾਮਲਾ ਹੋ ਨਹੀਂ ਸਕਦਾ। ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੱਗਦਾ ਇਸ ਤਰ੍ਹਾਂ ਕਿ ਸ਼ਾਇਦ ਕੋਈ ਹੋਰ ਨਵਾਂ ਮਾਮਲਾ ਜਿਹੜਾ ਹੈ ਉਹ ਹੋ ਸਕਦਾ, ਪਰ ਉਹਨਾਂ ਨੇ ਕਿਹਾ ਹਜੇ ਮੇਰੇ ਕੋਲ ਕੋਈ ਡਿਟੇਲ ਨਹੀਂ ਹੈ ਇਸ ਦੇ ਬਾਬਤ, ਕੋਈ ਕਿਸੇ ਤਰੀਕੇ ਦੀ डिटेल मेरे सामने हजे नहीं आई है। थोड़ी देर रुको, जे मैंने कोई डिटेल्स पता लगदियां तो उहदे बाद दसांगा। ਤੁਹਾਨੂੰ ਦੱਸ ਦਈਏ ਕਿ ਅੱਜ 8 ਵਜੇ ਦੇ ਕਰੀਬ ਜਿਹੜਾ ਹੈ DGP ਸੁਮੇਧ ਸੈਣੀ ਨੂੰ ਵਿਜੀਲੈਂਸ ਦੇ ਆਫਿਸ ਦੇ ਵਿੱਚ ਅਰੈਸਟ ਕਰ ਲਿੱਤਾ ਗਿਆ। ਇਹ ਇੱਕ ਬਹੁਤ ਵੱਡੀ ਖਬਰ ਹੈਗੀ ਹੈ, ਕਿਉਂਕਿ ਪਿਛਲੇ ਦਿਨਾਂ ਲਗਾਤਾਰ ਰੇਡਸ ਜਗ੍ਹਾ ਤੇ ਹੋ ਰਹੀਆਂ ਨੇ ਤੇ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਨੇ। ਦਬਿਸ਼ ਬਣਾਈ ਜਾ ਰਹੀ ਸੀਗੀ, ਜਗ੍ਹਾ ਤੇ ਉਹਨਾਂ ਦੇ ਰੇਡ ਕੀਤੀ ਜਾ ਰਹੀ ਸੀਗੀ। ਉਹਨਾਂ ਦੀ ਘਰ ਦੇ ਵਿੱਚ ਜਿਹੜਾ ਇੱਥੇ 20 ਸੈਕਟਰ ਦੇ ਵਿੱਚ ਉਹਨਾਂ ਦਾ ਕੋਠੀ ਹੈਗੀ ਇੱਥੇ ਚੰਡੀਗੜ੍ਹ ਦੇ ਵਿੱਚ, ਉੱਥੇ ਵਿਜੀਲੈਂਸ ਦੀ ਰੇਡ ਹੋਈ ਸੀਗੀ। ਸਾਰੀ ਰਾਤ ਉੱਥੋਂ ਕਾਗਜ਼ਾਂ ਦੀ ਫਰੋਲਾ ਫਰਾਲੀ ਕੀਤੀ ਗਈ ਸੀਗੀ ਔਰ ਆਖਿਰਕਾਰ ਉਹਦੇ ਵਿੱਚ ਜਿਹੜਾ ਹੈਗਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ, ਆਮਦਨ ਤੋਂ ਵੱਧ ਜਿਹੜਾ ਹੈ ਜਾਇਦਾਦ ਬਣਾਉਣ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸੀ। ਪਰ ਬਾਵਜੂਦ ਉਸ ਦੇ ਇਹ ਜਿਹੜੀ ਹੈਗੀ ਹੈ ਸਾਰਾ ਦਾ ਸਾਰਾ ਪ੍ਰੋਸੈਸ ਅੱਗੇ ਚੱਲਿਆ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੇ ਬੇਲ ਵਾਸਤੇ ਐਪਲੀਕੇਸ਼ਨ ਅਰਜ਼ੀ ਪਾਈ ਸੀਗੀ, ਜਿਹੜੀ ਕਿ ਉਹਨਾਂ ਨੂੰ ਉੱਥੇ ਅੰਤਰਿਮ ਜ਼ਮਾਨਤ ਜਿਹਨੂੰ ਕਹਿੰਦੇ ਇੰਟਰਿਮ ਬੇਲ ਜਿਹੜੀ ਆ ਉਹ ਮਿਲ ਗਈ ਸੀਗੀ। ਪਰ ਅੱਜ ਜਦੋਂ ਹਾਈ ਕੋਰਟ ਦੇ ਨਾਲ ਇਹ ਵੀ ਆਦੇਸ਼ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਕਿ ਤੁਸੀਂ 7 ਦਿਨ ਦੇ ਅੰਦਰ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਜੁਆਇਨ ਕਰੋ, ਤੇ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਅੱਜ 7 ਵਜੇ ਸ਼ਾਮ ਨੂੰ ਇੱਥੇ ਆਏ ਸੀਗੇ ਤੇ 8 ਵਜੇ ਦੇ ਕਰੀਬ 8-10 ਦੇ ਕਰੀਬ ਉਹਨਾਂ ਨੂੰ ਇੱਥੇ ਅਰੈਸਟ ਕਰ ਲਿੱਤਾ ਗਿਆ। ਉਹ ਆਪਣੀ ਗੱਲਬਾਤ ਕਰਕੇ ਪੂਰੇ ਤਰੀਕੇ ਨਾਲ ਜਾ ਰਹੇ ਸੀਗੇ ਵਾਪਸ, ਜੋ ਵੀ ਉਹਨਾਂ ਨੂੰ ਇਨਕੁਆਇਰੀ ਉਹਨਾਂ ਦੀ ਕੀਤੀ ਜਾ ਰਹੀ ਸੀ, ਪੁੱਛ ਪੜਤਾਲ ਕੀਤੀ ਜਾ ਰਹੀ ਸੀਗੀ, ਉਹਦੇ ਬਾਅਦ ਉਹ ਜਾ ਰਹੇ ਸੀਗੇ। ਪਰ ਫਿਰ ਉਹਨਾਂ ਨੂੰ ਫੋਨ ਕਰਕੇ ਵਾਪਸ ਬੁਲਾਇਆ ਗਿਆ ਕਿ ਇੱਕ ਦਸਤਖਤ ਜਿਹੜੇ ਨੇ ਉਹ ਰਹਿੰਦੇ ਨੇ ਕਾਗਜ਼ਾਂ ਤੇ, ਤਾਂ ਤੁਸੀਂ ਦਸਤਖਤ ਕਰ ਜਾਓ ਆ ਕੇ। ਤੇ ਜਦੋਂ ਉਹ ਦਸਤਖਤ ਕਰਨ ਵਾਪਸ ਆਉਂਦੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੀ ਅਰੈਸਟ ਪਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੁਮੇਧ ਸੈਣੀ ਜਿਹੜੇ ਸਾਬਕਾ DGP ਰਹਿ ਚੁੱਕੇ ਨੇ, ਉਹਨਾਂ ਦੇ ਵਿਜੀਲੈਂਸ ਦੀ ਜਿਹੜੀ ਹੈਗੀ ਹੈ ਰੇਡ ਹੋਈ ਸੀਗੀ। ਬਹੁਤ ਸਾਰੇ ਹੋਰ ਮਾਮਲਿਆਂ ਦੇ ਵਿੱਚ ਉਹਨਾਂ ਦਾ ਬਹੁਤ ਹੀ ਕੰਟਰੋਵਰਸ਼ੀਅਲ DGP ਰਹੇ ਨੇ ਕਾਫੀ ਜ਼ਿਆਦਾ। ਬਾਵਜੂਦ ਉਸ ਦੇ ਉਹ ਹਮੇਸ਼ਾ ਟ੍ਰਾਇਲ ਕੋਰਟ ਤੋਂ ਜੇ ਉਹਨਾਂ ਦੀ ਕੋਈ ਕਿਸੇ ਵੀ ਤਰੀਕੇ ਦਾ ਜ਼ਮਾਨਤ ਰੱਦ ਹੁੰਦੀ ਸੀ ਤਾਂ ਉਹ ਹਾਈ ਕੋਰਟ ਅਪਰੋਚ ਕਰਦੇ ਸੀ। ਹਾਈ ਕੋਰਟ ਤੋਂ ਵੀ ਜੇ ਉਹਨਾਂ ਦੀ ਕੋਈ ਜ਼ਮਾਨਤ ਜਾਂ ਉਹਨਾਂ ਦੀ ਅਰਜ਼ੀ ਰੱਦ ਹੋ ਜਾਂਦੀ ਸੀ ਜਾਂ ਡਿਨਾਈ ਹੋ ਜਾਂਦੀ ਸੀ ਤਾਂ ਉਹ ਸੁਪਰੀਮ ਕੋਰਟ ਜਿਹੜੇ ਆ ਉੱਥੇ ਉਹ ਅਪਰੋਚ ਕਰਦੇ ਸੀਗੇ। ਪਰ ਇਸ ਵਾਰ ਜਦੋਂ ਹਾਈ ਕੋਰਟ ਨੇ ਇਹ ਆਦੇਸ਼ ਜਾਰੀ ਕੀਤੇ ਕਿ ਉਹ ਆਪਣੇ
ਉਹਨਾਂ ਨੇ ਜਦੋਂ ਜਾਰੀ ਕੀਤੇ ਹੈ ਆਦੇਸ਼ ਜਾਰੀ ਕੀਤੇ ਕਿ ਇੰਟਰਿਮ ਬੇਲ ਉਹਨਾਂ ਨੂੰ ਦੇ ਦਿੱਤੀ ਗਈ ਹੈ, ਪਰ ਇਨਵੈਸਟੀਗੇਸ਼ਨ ਜੁਆਇਨ ਕਰਨ ਉਸ ਵੇਲੇ ਜਿਹੜਾ ਹੈਗਾ ਅੱਜ ਵਿਜੀਲੈਂਸ ਦੇ ਆਫਿਸ ਦੇ ਵਿੱਚ ਆਏ ਤੇ ਉਹਨਾਂ ਨੂੰ ਇੱਥੇ ਅੱਜ ਅਰੈਸਟ ਕਰ ਲਿਆ ਗਿਆ। ਬਹੁਤ ਵੱਡੀ ਖਬਰ ਹੈ ਕਿ ਸਾਬਕਾ ਡੀਜੀਪੀ ਨੂੰ ਅੱਜ ਇੱਥੇ ਜੁਆਇਨ ਕਰ ਲਿੱਤਾ ਗਿਆ, ਅਰੈਸਟ ਕਰ ਲਿੱਤਾ ਗਿਆ ਜਦੋਂ ਇਹ ਇਨਵੈਸਟੀਗੇਸ਼ਨ ਇੱਥੇ ਜੁਆਇਨ ਕਰਨ ਆਏ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।